ਹੈਲਥ ਪਲੱਸ ਪ੍ਰੋਗਰਾਮ 'ਚ ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਅਸੀਂ ਤੁਹਾਨੂੰ ਲੈ ਕੇ ਚੱਲ ਰਹੇ ਹਾਂ ਵਾਲੀਆ ਡੈਂਟਲ ਕੇਅਰ, ਅ ਮਲਟੀ ਸਪੈਸ਼ਲਿਟੀ ਡੈਂਟਲ ਕੇਅਰ ਸੈਂਟਰ ਜੋ ਕਿ ਆਪੋਜ਼ਿਟ EPF ਆਫਿਸ ਐਂਡ HP ਪੈਟਰੋਲ ਪੰਪ ਨੀਅਰ ਟ੍ਰਿਲੀਅਮ ਮਾਲ ਸਰਕੂਲਰ ਰੋਡ ਅੰਮ੍ਰਿਤਸਰ ਵਿਖੇ ਸਥਿਤ ਹੈ। ਸਾਡੀ ਟੀਮ ਨੇ ਡਾਕਟਰ ਇੰਦਰ ਵਾਲੀਆ ਜੀ ਨਾਲ ਗੱਲਬਾਤ ਕੀਤੀ ਜੋ ਕਿ BDS ਔਰ MIDA ਹੈ। ਇਹਨਾਂ ਨੇ ਸਾਨੂੰ ਦੰਦਾਂ ਦੀਆਂ ਪ੍ਰੋਬਲਮਸ ਦੇ ਬਾਰੇ ਔਰ ਉਹਨਾਂ ਦੇ ਸੋਲੂਸ਼ਨ ਬਾਰੇ ਜਾਣਕਾਰੀ ਦਿੱਤੀ। ਦਰਸ਼ਕੋ ਹੈਲਥ ਪਲੱਸ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਡਾਕਟਰ ਇੰਦਰਪ੍ਰੀਤ ਵਾਲੀਆ ਜੀ ਦੇ ਨਾਲ, ਜੋ ਪਿਛਲੇ ਲੰਬੇ ਸਮੇਂ ਤੋਂ ਲੋਕਾਂ ਨੂੰ ਡੈਂਟਲ ਦੇ ਫੀਲਡ ਦੇ ਵਿੱਚ ਸੇਵਾਵਾਂ ਦੇ ਰਹੇ ਨੇ ਔਰ ਉਹਦੇ ਨਾਲ ਜਿਹੜੀ ਇਹਨਾਂ ਦੀ ਸਪੈਸ਼ਲਾਈਜੇਸ਼ਨ ਆ ਬੱਚਿਆਂ ਦੇ ਕੇਸ ਦੇ ਵਿੱਚ ਚਾਈਲਡ ਡੈਂਟਿਸਟਰੀ ਦੇ ਵਿੱਚ ਇਹ ਬਹੁਤ ਜ਼ਿਆਦਾ ਮਾਹਰ ਨੇ। ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਸਾਡੇ ਸਪੈਸ਼ਲ ਸ਼ੋਅ 'ਚ। ਥੈਂਕ ਯੂ। ਸਤਿ ਸ਼੍ਰੀ ਅਕਾਲ। ਮਾਈ ਸੈਲਫ ਡਾਕਟਰ ਇੰਦਰ ਵਾਲੀਆ। ਅੱਜ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕੁਝ ਡੈਂਟਲ ਇਸ਼ੂਜ਼ ਦੇ ਬਾਰੇ। ਅੱਜ ਕੱਲ੍ਹ ਦੇ ਦੌਰਾਨ ਜਿਸ ਤਰ੍ਹਾਂ ਸਾਡੇ ਕੋਲ ਬੱਚੇ ਆਉਂਦੇ ਨੇ 10 ਸਾਲ ਦੇ 11 ਸਾਲ ਦੇ ਬੱਚੇ ਆਉਂਦੇ ਆ, ਉਹ ਆਪਣਾ ਡਿੱਗ ਜਾਂਦੇ ਆ, ਸਾਈਕਲ ਚਲਾਉਂਦੇ ਆ ਜਾਂ ਐਕਸੀਡੈਂਟ ਹੋ ਜਾਂਦਾ ਉਹਨਾਂ ਦਾ ਜਿਹੜੇ ਅਗਲੇ ਦੰਦ ਹੁੰਦੇ ਨੇ ਉਹ 6-7 ਸਾਲ 'ਚ ਪੱਕੇ ਦੰਦ ਆ ਜਾਂਦੇ ਨੇ, ਜਿਹਦੇ ਕਾਰਨ ਉਹ ਦੰਦ ਪੂਰੇ ਦਾ ਪੂਰਾ ਹੱਥ 'ਚ ਆ ਜਾਂਦਾ। ਤੇ ਸਾਡੇ ਕੋਲ ਬੱਚੇ ਆਉਂਦੇ ਨੇ, ਪੇਰੈਂਟਸ ਆਉਂਦੇ ਨੇ ਕਿ ਇਹਦਾ ਦੰਦ ਟੁੱਟ ਗਿਆ। ਪਰ ਮੈਂ ਇਹ ਦੱਸਣਾ ਚਾਹੁੰਦੀ ਹਾਂ ਕਿ ਜੇ ਕਿਸੇ ਇੱਦਾਂ ਬੱਚੇ ਦਾ ਦੰਦ ਟੁੱਟਦਾ ਤੇ ਜੇ ਤੁਸੀਂ ਦੰਦ ਸਾਡੇ ਕੋਲ ਸੱਚ ਲੈ ਆਉਂਦੇ ਹੋ, ਉਹਨੂੰ ਦੁੱਧ 'ਚ ਪਾ ਕੇ ਲੈ ਆਉਂਦੇ ਹੋ, ਤੇ ਅਸੀਂ ਉਹੀ ਦੰਦ ਡਿੱਗਾ ਦੰਦ ਅਸੀਂ ਬੱਚੇ ਦੇ ਮੂੰਹ ਦੇ ਵਿੱਚ ਅਸੀਂ ਫਿਕਸ ਕਰ ਦਿੰਦੇ ਹਾਂ, ਤਾਂ ਕਿ ਬੱਚੇ ਦੀ ਪੂਰੀ ਲਾਈਫ 'ਚ ਉਹ ਦੰਦ ਜਿਹੜਾ ਆਪਣਾ ਦੰਦ ਜਿਹੜਾ ਸਾਨੂੰ ਨਕਲੀ ਲਾਉਣ ਦੀ ਲੋੜ ਨਹੀਂ ਪੈਂਦੀ। ਡਾਕਟਰ ਸਾਹਿਬ ਕਿ ਉਹ ਦੰਦ ਜਿਹੜਾ ਹੈਗਾ ਉਹਦੀ ਵੀ ਤਾਕਤ ਨਹੀਂ ਕਰਦੀ, ਮਤਲਬ ਕਿ ਉਹਨੂੰ ਕਿਸੇ ਸਟੇਜ ਤੇ ਜਾ ਕੇ ਉਹ ਵੀਕ ਤਾਂ ਨਹੀਂ ਹੁੰਦਾ? ਵੀਕ ਤਾਂ ਨਹੀਂ ਹੁੰਦਾ। ਦੇਖੋ, ਆਪਣਾ ਦੰਦ ਮੂੰਹ ਦੇ ਵਿੱਚ ਰਵੇ ਇਹ ਬੜੀ ਵੱਡੀ ਗੱਲ ਹੁੰਦੀ ਹੈ। ਨਾਲੇ ਜਿਹੜੇ ਅਗਲੇ ਦੰਦ ਹੁੰਦੇ ਨੇ ਉਹ ਸਾਨੂੰ ਦੇਖਣ ਲਈ, ਗੱਲ-ਗੁਲ ਕਰਨ ਲਈ, ਐਸਥੈਟਿਕਲੀ ਸਾਨੂੰ ਪ੍ਰੋਪਰ ਚਾਹੀਦੇ ਹੁੰਦੇ ਨੇ। ਤੇ ਰਹਿੰਦਾ ਤੇ ਉਦਾਂ ਹੀ ਆ, ਪਰ ਨੌਬਤ ਪਵੇ ਤੇ ਅਸੀਂ RCT ਕਰਕੇ ਉਹਨੂੰ ਸੇਵ ਕਰ ਸਕਦੇ ਹਾਂ। ਇੱਕ ਖਾਲੀ ਥਾਂ ਹੋਣੀ ਤੇ ਦੰਦ ਆਪਣਾ ਹੋਣਾ ਬੜਾ ਫਰਕ ਹੈਗਾ ਉਹਦੇ ਵਿੱਚ। ਡਾਕਟਰ ਸਾਹਿਬ ਜਿਸ ਤਰੀਕੇ ਦੇ ਨਾਲ ਇਹ ਹਸਪੀਟਲ ਸੇਵਾਵਾਂ ਦੇ ਰਿਹਾ ਹੈਗਾ, ਚਾਹੇ ਆਪਾਂ ਰੂਟ ਕਨਾਲ ਦੀ ਗੱਲ ਕਰ ਲਈਏ, ਕਿਉਂਕਿ ਕਈ ਸਮਾਂ ਸੀਗਾ ਜਦੋਂ ਆਪਾਂ ਪਹਿਲਾਂ ਕੱਚੀ ਜੜ ਭਰਦੇ ਸੀ, ਪੱਕੀ ਭਰਦੇ ਸੀਗੇ ਔਰ ਕਾਫੀ ਸਿਟਿੰਗਸ ਹੁੰਦੀਆਂ ਸੀਗੀਆਂ, ਲੇਕਿਨ ਅੱਜ ਕੱਲ੍ਹ ਸਮੇਂ ਦਾ ਅਭਾਵ ਜਿਹੜਾ ਹੈਗਾ, ਲੋਕਾਂ ਕੋਲ ਸਮਾਂ ਨਹੀਂ ਹੈ, ਉਹਦੇ ਤੁਸੀਂ ਨਏ ਟੈਕਨੀਕਸ ਲੈ ਕੇ ਆਏ, ਉਹਨਾਂ 'ਚ ਰੂਟ ਕਨਾਲ ਲਿਖਿਆ ਹੈ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਹਾਂ, ਰੂਟ ਕਨਾਲ ਜਿਹੜੀ ਹੈ ਸਿੰਗਲ ਸੀਟਿੰਗ 'ਚ ਅਸੀਂ ਕਰ ਦਿੰਦੇ ਹਾਂ। ਜੇ ਪੇਸ਼ੈਂਟ ਨੂੰ ਪੇਨ ਹੈਗੀ ਹੈ, ਅਸੀਂ ਇੰਜੈਕਸ਼ਨ ਲਗਾ ਕੇ ਉਹਦੇ, ਸਾਡੇ ਕੋਲ ਮੋਟਰਾਈਜ਼ RCT ਅਸੀਂ ਕਰਦੇ ਹਾਂ, ਐਂਡੋਮੋਟਰ ਹੁੰਦੀ ਹੈ, ਮਸ਼ੀਨ ਤੌਰ ਤੇ ਅਸੀਂ ਉਹਦੀ RCT ਇੱਕੋ ਸੀਟਿੰਗਸ 'ਚ ਕਰ ਦਿੰਦੇ ਹਾਂ। ਉਹਦੇ ਨਾਲ ਕੀ ਹੁੰਦਾ, ਪੇਸ਼ੈਂਟ ਦਾ ਵੀ ਟਾਈਮ ਬਚਦਾ, ਸਾਡੀ ਵੀ ਸੀਟਿੰਗਸ ਜਿਹੜੀਆਂ ਉਹਨੀਆਂ ਬਚ ਜਾਂਦੀਆਂ। ਪਰ ਕਿਸੇ ਦੌਰਾਨ ਇਹ ਪੱਕਾ ਨਹੀਂ ਹੈਗਾ ਕਿ ਅਸੀਂ ਸਿੰਗਲ ਸੀਟਿੰਗ 'ਚ ਹੀ ਕਰਦੇ ਹਾਂ। ਬਟ ਹਾਂ, ਇਹ ਕਿ ਲੇਟੈਸਟ ਆਇਆ ਸੀ ਕਈ 100 'ਚੋਂ ਅਸੀਂ 60-70% ਸਿੰਗਲ ਸੀਟਿੰਗ ਕਰ ਦਿੰਦੇ ਹਾਂ। ਈਜ਼ੀ ਹੋ ਜਾਂਦਾ ਪੇਸ਼ੈਂਟ। ਮਤਲਬ ਜਿਹੜੇ ਕੇਸਿਸ ਹੋ ਜੇ ਥੋੜੇ ਕੰਪਲਿਕੇਟਡ ਹੁੰਦੇ ਉਹਨਾਂ 'ਚ ਕੋਈ ਸਿਟਿੰਗ ਦੀ ਗੱਲ ਨਹੀਂ ਹੁੰਦੀ, ਟਾਈਮ ਦੀ ਕੋਈ ਗੱਲ ਨਹੀਂ ਹੈ, ਲੇਕਿਨ ਬੰਦਾ ਵੀ ਇਹ ਚਾਹੁੰਦਾ ਕਿ ਮੇਰਾ ਜਿਹੜਾ ਕੰਮ ਆ ਉਹ ਪਰਫੈਕਟ ਹੋਵੇ। ਹਾਂ, ਡੈਂਟਲ ਦਾ ਕੁਝ ਇਹ ਇਸ਼ੂ ਆ ਜਾਂਦਾ ਕਿ ਪੇਸ਼ੈਂਟ ਜਿਹੜਾ ਉਹ ਸਾਡੇ ਕੋਲ ਕਹਿੰਦਾ ਸਾਨੂੰ ਬਾਰ-ਬਾਰ ਨਾ ਆਉਣਾ ਪਵੇ। ਈਵਨ ਕਿ ਉਹ ਜੇ ਦੰਦ ਬਚਦਾ ਵੀ ਹੋਏਗਾ, ਪੇਸ਼ੈਂਟ ਕਹੇਗਾ ਤੁਸੀਂ ਕੱਢ ਦਿਓ, ਮੈਂ ਇੱਕੋ ਵਾਰੀ ਆਉਣਾ ਚਾਹੁੰਦਾ, ਤੇ ਉਸ ਕੇਸ 'ਚ ਅਸੀਂ ਕੀ ਕਰਦੇ ਹਾਂ, ਸਿੰਗਲ ਸੀਟਿੰਗ 'ਚ ਅਸੀਂ ਦੰਦ ਨੂੰ ਬਚਾ ਦਿੰਦੇ ਹਾਂ। ਦੱਸੋ, ਜਿਸ ਤਰੀਕੇ ਨਾਲ ਤੁਸੀਂ ਕਿਹਾ ਕਿ ਦੰਦ ਕਢਾਣੇ, ਲੇਕਿਨ ਤੁਸੀਂ ਤਾਂ ਅੱਜ ਕੱਲ੍ਹ ਜਿਸ ਤਰੀਕੇ ਦੇ ਨਾਲ ਪਹਿਲਾਂ ਲੋਕ ਕਹਿੰਦੇ ਸੀਗੇ ਉਮਰ ਦੀ ਜਜਮੈਂਟ ਜਿਹੜੀ ਉਸ ਚੀਜ਼ ਨਾਲ ਲੱਗਦੀ ਸੀ ਵੀ ਕਿੰਨੇ ਦੰਦ ਨਿਕਲ ਗਏ ਮੇਰੇ, ਅੱਜ ਕੱਲ੍ਹ ਤਾਂ ਤੁਸੀਂ 90 ਸਾਲਾਂ ਦੇ ਨੂੰ ਇੰਪਲਾਂਟ ਕਰਕੇ ਬੜਾ ਵਧੀਆ ਬਣਾ ਰਹੇ ਹੋ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਹਾਂ, ਅੱਜ ਕੱਲ੍ਹ ਲੇਟੈਸਟ ਤਾਂ ਹੈਗਾ ਇੰਪਲਾਂਟ ਨੇ। ਅੱਜ ਕੱਲ੍ਹ ਡੈਂਚਰ ਵੀ ਜਿਹੜੇ ਨੇ ਉਹ ਇੰਪਲਾਂਟ ਸਪੋਰਟਡ ਡੈਂਚਰ ਨੇ, ਉਹਨਾਂ ਨੂੰ ਅਸੀਂ ਓਵਰ ਡੈਂਚਰ ਕਹਿ ਦਿੰਦੇ ਹਾਂ। ਉਹਦੇ ਨਾਲ ਕੀ ਹੁੰਦਾ, ਪੇਸ਼ੈਂਟ ਪਹਿਲੇ ਜ਼ਮਾਨੇ 'ਚ ਪੇਸ਼ੈਂਟ ਹੁੰਦਾ ਸੀਗਾ, ਅਸੀਂ ਬੋਲਦੇ ਪਏ ਹਾਂ, ਸਾਡਾ ਬੀਡ ਜਿਹੜਾ ਹੱਥ 'ਚ ਆ ਗਿਆ, ਹੱਸਦੇ ਪਏ ਹਾਂ, ਬੀਡ ਬਾਹਰ ਆ ਗਿਆ, ਉਸ ਕੇਸਿਸ 'ਚ ਕੀ ਨੇ, ਪਿੰਸ ਆਉਂਦੀਆਂ ਨੇ, ਉਹਨੂੰ ਅਸੀਂ ਇੰਪਲਾਂਟ ਕਹਿ ਦਿੰਦੇ ਹਾਂ। ਹੁਣ ਪੇਸ਼ੈਂਟ ਨੂੰ ਅਸੀਂ ਸਮਝਾਉਣਾ ਹੈ, ਅਸੀਂ ਉਹਨੂੰ ਕਹਿੰਦੇ ਅਸੀਂ ਹੱਡੀ 'ਚ ਪਿੰਨ ਲਗਾਵਾਂਗੇ, ਉਹਦੇ ਉੱਤੇ ਅਸੀਂ ਜਿਹੜਾ ਡੈਂਚਰ ਨੂੰ ਬਿਠਾ ਦਿੰਦੇ ਹਾਂ। ਪੰਜਾਬੀ 'ਚ ਅਸੀਂ ਟਿਚ ਬਟਨ ਤੁਸੀਂ ਸੁਣਿਆ ਹੋਏਗਾ, ਉਹ ਡੈਂਚਰ ਟਿਚ ਬਟਨ ਵਾਂਗੂ ਹੁੰਦੇ ਨੇ, ਓਵਰ ਡੈਂਚਰ ਹੁੰਦੇ ਨੇ, ਤੇ ਉਹਦੇ ਨਾਲ ਪੇਸ਼ੈਂਟ ਜਿਹੜਾ ਈਜ਼ੀਲੀ ਖਾ ਪਾਉਂਦਾ ਹੈ, ਤੇ ਉਹਨੂੰ ਬਾਰ-ਬਾਰ ਮੂੰਹ 'ਚ ਡਿੱਗਣ ਦੀ ਲੋੜ ਨਹੀਂ ਪੈਂਦੀ, ਈਜ਼ੀਲੀ ਹੱਡੀ 'ਚੋਂ ਸੈੱਟ ਬੈਠ ਜਾਂਦੇ ਨੇ। ਡਾਕਟਰ ਸਾਹਿਬ, ਉਹਦੇ ਨਾਲ ਜਿਸ ਤਰੀਕੇ ਦੇ ਨਾਲ ਲੋਕਾਂ ਦਾ ਅੱਜ ਕੱਲ੍ਹ ਕਾਸਮੈਟਿਕ ਡੈਂਟਿਸਟਰੀ ਵੱਲ ਬਹੁਤ ਜ਼ਿਆਦਾ ਧਿਆਨ ਹੋ ਗਿਆ ਔਰ ਹਰ ਬੰਦਾ ਜਦੋਂ ਸੁਬਾਹ ਉੱਠਦਾ ਤੇ ਉਹਨੂੰ ਲੱਗਦਾ ਕਿ ਮੈਂ ਸੋਹਣਾ ਬਣਾ, ਔਰ ਉਹਦੇ ਵਿੱਚ ਜਿਹੜੇ ਲੋਕਾਂ ਨੇ ਮੈਰਿਜੇਬਲ ਏਜ ਆ ਹੈਗੀਆਂ ਮੁੰਡੇ ਕੁੜੀਆਂ ਦੀ, ਉਹ ਜ਼ਿਆਦਾ ਥੋੜ੍ਹਾ ਜਿਹਾ ਇਹਨੂੰ ਪ੍ਰੈਫਰ ਕਰਨ ਲੱਗ ਗਏ। ਅੰਮ੍ਰਿਤਸਰ ਦਾ ਜਿਹੜਾ ਏਰੀਆ ਵੀ ਥੋੜ੍ਹਾ ਜਿਹਾ ਮਾਡਰਨ ਹੈ, ਕੀ ਕਹਿਣਾ ਚਾਹੋਗੇ? ਹਾਂ, ਬਿਲਕੁਲ। ਸਾਡੇ ਕੋਲ ਹੁਣ ਪੇਸ਼ੈਂਟ ਆਉਂਦੇ ਨੇ, ਸਪੈਸ਼ਲੀ ਗਰਲਸ ਹੀ ਆਉਂਦੀਆਂ, ਬਿਕੋਜ਼ ਸ਼ੀ ਇਜ਼ ਵੈਰੀ ਮਚ ਕੌਨਸ਼ੀਅਸ ਅਬਾਊਟ ਹਰ ਸਮਾਈਲ, ਐਂਡ ਉਹਨਾਂ ਨੂੰ ਹੁੰਦਾ ਸੀ ਵਿਆਹ ਕਰਾਉਣ ਲਈ ਸਾਡੀ ਫੋਟੋ ਜਿਹੜੀ ਆ ਉਹ ਭੈੜੀ ਨਹੀਂ ਆਉਣੀ ਚਾਹੀਦੀ। ਉਸ ਕੇਸ 'ਚ ਆਪਾਂ ਐਸਥੈਟਿਕਸ ਨੂੰ ਆਪਾਂ ਜ਼ਿਆਦਾ ਨਜ਼ਰ ਰੱਖਦੇ ਹਾਂ। ਵਿਨੀਅਰਸ ਆਉਂਦੇ ਨੇ ਜਿਨ੍ਹਾਂ ਦੇ ਬਹੁਤ ਪੀਲੇ ਦੰਦ ਹੁੰਦੇ ਨੇ, ਉਹਨਾਂ ਨੂੰ ਅਸੀਂ ਕੀ ਕਰਦੇ ਹਾਂ, ਇੱਕ ਵਿਨੀਅਰਸ ਦੀ ਲੇਅਰ ਦੇ ਦਿੰਦੇ ਹਾਂ, ਜਾਂ ਫਿਰ ਅਸੀਂ ਬਲੀਚਿੰਗ ਕਰਦੇ ਹਾਂ। ਸਕੇਲਿੰਗ ਤਾਂ ਇੱਕ ਬੇਸਿਕ ਸਟੈਪ ਹੁੰਦਾ ਕਿ ਆਪਾਂ ਦੰਦਾਂ ਨੂੰ ਸਾਫ਼ ਕਰ ਦਿੰਦੇ ਹਾਂ,
ਤੇ ਬਹੁਤ ਕੁਝ ਡੈਂਟਿਸਟ ਵਿੱਚ ਬਹੁਤ ਕੁਝ ਨਵਾਂ ਆ ਗਿਆ ਹੋਇਆ। ਬਟ ਹਾਂ ਇਹ ਵੀ ਹੈ ਕਿ ਅਫੋਰਡੇਬਲ ਵੀ ਹੈ, ਜਿਹੜਾ ਪੇਸ਼ੈਂਟ ਅਫੋਰਡ ਕਰਦਾ ਉਹਨੂੰ ਅਸੀਂ ਉਸ ਹਿਸਾਬ ਦੇ ਨਾਲ ਅਸੀਂ ਉਹਨੂੰ ਟ੍ਰੀਟਮੈਂਟ ਪ੍ਰੋਵਾਈਡ ਕਰਾ ਦਿੰਦੇ ਹਾਂ। ਅੰਡਾ ਸਰ ਕਿਸੇ ਸਮੇਂ ਤੇ ਜਿੱਦਾਂ ਕਹਿੰਦੇ ਸੀ ਕਿ ਹੱਡੀ ਇਹਨਾਂ ਦੀ ਪਾਣੀ ਖਰਾਬ ਹੈ, ਹੱਡੀ ਇਹਨਾਂ ਦੀ ਪੀਲਾਪਨ ਨਹੀਂ ਜਾਏਗਾ ਕਦੇ ਵੀ ਜ਼ਿੰਦਗੀ ਦੇ ਵਿੱਚ। ਅੱਜ ਕੱਲ੍ਹ ਤੁਸੀਂ ਉਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਵੀ ਕੈਸੇ ਮਰਜ਼ੀ ਬੰਦਾ ਦੰਦ ਲੈ ਕੇ ਘਰੀ ਆ ਜਾਵੇ ਸੀ ਡੈਂਟਲ ਕਲੀਨਿਕ ਦੇ ਵਿੱਚ ਤੁਹਾਡੇ, ਔਰ ਉਹ ਸੋਹਣਾ ਬਣ ਕੇ ਜਾਊਗਾ। ਮਤਲਬ ਉਹਦੇ ਦੰਦਾਂ ਦੀ ਜਿਹੜੀ ਸ਼ੇਪ ਹੈ, ਦੰਦਾਂ ਦਾ ਜਿਹੜਾ ਉਹਨਾਂ ਦਾ ਕਲਰੇਸ਼ਨ ਹੈਗੀ ਉਹ ਸਾਰੀ ਵਧੀਆ ਬਣ ਜੂ। ਹਾਂ ਟਾਈਮ ਦੇ ਨਾਲ ਬਹੁਤ ਕੁਝ ਆ ਗਿਆ ਹੋਇਆ, ਕੁਝ ਸਟੇਨ ਰਿਮੂਵਲਸ ਆ ਗਏ ਹੋਏ ਨੇ, ਕੁਝ ਵੀਨੀਅਰਸ ਆ ਗਏ ਹੋਏ ਨੇ। ਸਾਨੂੰ ਹੁੰਦਾ ਕਿ ਪੇਸ਼ੈਂਟ ਕੀ ਚਾਹੁੰਦਾ ਹੈ, ਜੋ ਪੇਸ਼ੈਂਟ ਚਾਹੁੰਦਾ ਅਸੀਂ ਉਸ ਦੇ ਅਕੋਰਡਿੰਗ ਅਸੀਂ ਉਹ ਸਾਰਾ ਕੰਮ ਕਰ ਦਿੰਦੇ ਹਾਂ। ਈਵਨ ਕਿ ਪਹਿਲਾਂ ਅੱਜ ਦੀ ਡੇਟ 'ਚ ਵੀ ਸਾਡੇ ਕੋਲ ਕੁਝ ਪੇਸ਼ੈਂਟ ਆਉਂਦੇ ਨੇ, ਸਾਡੇ ਦੰਦਾਂ ਦੇ ਵਿਚਕਾਰ ਗੈਪ ਹੈ, ਉਹਨੂੰ ਅਸੀਂ ਡਾਇਸਟੀਮਾ ਕਹਿ ਦਿੰਦੇ ਹਾਂ ਇੰਗਲਿਸ਼ ਦੇ ਵਿੱਚ, ਠੀਕ ਹੈ, ਉਹ ਨੈਚੁਰਲ ਹੁੰਦਾ। ਬਟ ਹੁਣ ਸਾਨੂੰ ਪੇਸ਼ੈਂਟ ਕਹਿੰਦੇ ਨੇ ਸਾਨੂੰ ਗੈਪ ਵੀ ਨਹੀਂ ਚਾਹੀਦਾ ਅਗਲੇ ਦੰਦਾਂ 'ਚ। ਫਿਰ ਅਸੀਂ ਕੀ ਕਰਦੇ, ਅਸੀਂ ਉਹਨੂੰ ਬਿਲਡ ਅਪ ਕਰ ਦਿੰਦੇ ਹਾਂ। ਅਸੀਂ ਉਹ ਸਾਡੇ ਕੋਲ ਟੁੱਥ ਕਲਰਡ ਮਟੀਰੀਅਲ ਹੁੰਦਾ, ਅਸੀਂ ਉਹਦੇ ਨਾਲ ਆਪਾਂ ਗੈਪ ਕਵਰ ਕਰ ਦਿੰਦੇ ਹਾਂ। ਜੇ ਜ਼ਿਆਦਾ ਗੈਪ ਹੁੰਦਾ ਤੇ ਅਸੀਂ ਵਾਇਰਿੰਗ ਵੀ ਕਰ ਦਿੰਦੇ ਹਾਂ। ਬਹੁਤ ਕੁਝ ਹੈਗਾ। ਬਟ ਡੈਂਟਿਸਟਰੀ ਕੀ ਹੈ, ਦਿਨੋਂ ਦਿਨ ਇਹ ਵਾਸਟ ਹੁੰਦੀ ਜਾ ਰਹੀ ਹੈ, ਬਹੁਤ ਜ਼ਿਆਦਾ ਇਹਦੇ 'ਚ ਬਹੁਤ ਕੁਝ ਜਿਹੜਾ ਉਹ ਡਿਸਕਵਰ ਹੋ ਰਿਹਾ। ਕੁਝ ਨਵਾਂ ਸਾਨੂੰ ਵੀ ਹੁੰਦਾ ਕਿ ਅਸੀਂ ਵੀ ਨਵਾਂ ਕੁਝ ਦੇਖੀਏ, ਉਹ ਕਰੀਏ, ਤੇ ਉਹਦੇ ਲਈ ਸਾਨੂੰ ਪੇਸ਼ੈਂਟ ਦੀ ਜਿਹੜੀ ਹੈ ਕੋਆਪਰੇਸ਼ਨ ਬਹੁਤ ਚਾਹੀਦੀ ਹੁੰਦੀ ਹੈ। ਡਾਕਟਰ ਸਾਹਿਬ ਇਹ ਜਿਹੜਾ ਹਸਪੀਟਲ ਹੈ ਤੁਹਾਡਾ, ਜਿਹਦੇ ਵਿੱਚ ਮਲਟੀਪਲ ਡਾਕਟਰਸ ਨੇ ਤੁਹਾਡੇ ਕੋਲੇ ਔਰ ਹਰ ਚੀਜ਼ ਦੇ ਲਈ ਇੱਥੇ ਡਾਕਟਰ ਅਗਲੇ ਨੂੰ ਮਿਲ ਜਾਂਦਾ, ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਕੇਵਲ ਡਾਕਟਰ ਇੰਦਰਪ੍ਰੀਤ ਹੀ ਨਹੀਂ ਹੈ ਇੱਥੇ, ਬਲਕਿ ਇੱਕ ਕੰਬੀਨੇਸ਼ਨ ਹੈਗਾ ਡਾਕਟਰਸ ਦਾ ਕਿ ਹਰ ਚੀਜ਼ ਦੇ ਲਈ ਹਰੇਕ ਤਰ੍ਹਾਂ ਦਾ ਡਾਕਟਰ ਮੌਜੂਦ ਹੈ? ਹਾਂ ਬਿਲਕੁਲ, ਜਿਵੇਂ ਕਿ ਤੁਸੀਂ ਕਹਿ ਰਹੇ ਹੋ ਮਲਟੀ ਸਪੈਸ਼ਲਿਟੀ ਹੈ। ਇਹਦੇ 'ਚ ਕੀ ਹੈ, ਹੁਣ ਸਾਡੇ ਕੋਲ ਬੱਚਿਆਂ ਦੇ ਲਈ ਪੀਡੋਡੋਂਟਿਸਟ ਨੇ ਜਿਹੜੇ ਕਿ ਸਿਰਫ ਬੱਚਿਆਂ ਨੂੰ ਹੈਂਡਲ ਕਰਦੇ ਆ। ਹੁਣ ਇਹ ਨਹੀਂ ਹੈਗਾ ਕਿ ਜੇ ਬਹੁਤ ਛੋਟਾ ਬੱਚਾ ਸੀ ਉਹਦਾ ਕੰਮ ਨਹੀਂ ਕਰ ਪਾਉਂਦੇ, ਅਸੀਂ ਕੀ ਕਰਦੇ, ਅਸੀਂ ਮਦਰ ਦੀ ਗੋਦੀ 'ਚ ਬਿਠਾ ਕੇ ਬੱਚੇ ਦਾ ਕੰਮ ਕਰਦੇ ਹਾਂ। ਸਾਡੇ ਕੋਲ ਵੀ ਸਪੈਸ਼ਲ ਨੇ ਜਿਹੜੇ ਕਿ ਬੱਚਿਆਂ ਨੂੰ ਹੈਂਡਲ ਕਰ ਲੈਂਦੇ ਆ। ਫਿਰ ਸਾਡੇ ਕੋਲ ਸਰਜਨਸ ਨੇ, ਕਈ ਵਾਰੀ ਰਸੌਲੀ ਤਿਆਰ ਹੋ ਜਾਂਦੀ ਹੈ, ਕੁਝ ਕੇਸਿਸ ਆ ਜਾਂਦੇ ਆ, ਕੈਂਸਰਸ ਵਾਲੇ ਕੇਸਿਸ ਵੀ ਆਉਂਦੇ ਨੇ, ਓਰਲ ਸਕਰੀਨਿੰਗ ਵੀ ਸਾਡੇ ਸਰਜਨਸ ਆ ਕੇ ਕਰਦੇ ਨੇ। ਫਿਰ ਸਾਡੇ ਕੋਲ ਜਿੱਦਾਂ ਦੰਦਾਂ 'ਚ ਤਾਰਾਂ ਵੀ ਪੈਂਦੀਆਂ, ਆਰਥੋਡੋਂਟਿਸਟ ਵੀ ਅਸੀਂ ਹਾਇਰ ਕੀਤੇ ਹੋਏ ਨੇ, ਆਰਥੋਡੋਂਟਿਸਟ ਵੀ ਆ ਕੇ ਆਪਣਾ ਸਾਰਾ ਪ੍ਰੋਸੀਜਰ ਕਰਦੇ ਆ। ਬਹੁਤ ਕੁਝ ਹੀ ਹੈ ਡੈਂਟਿਸਟਰੀ, ਜਿਸ ਟੋਟਲ ਕਹਿ ਲਓ ਕਿ ਇਟਸ ਟੀਮ ਵਰਕ ਹੈ। ਇਕੱਲਾ ਡੈਂਟਿਸਟ ਕੁਝ ਨਹੀਂ ਕਰ ਸਕਦਾ, ਇਟਸ ਲਾਈਕ ਅ ਟੀਮ ਵਰਕ। ਜੇ ਅਸੀਂ 5-6 ਡੈਂਟਿਸਟ ਇਕੱਠੇ ਕੰਮ ਕਰਾਂਗੇ ਤਾਂ ਇਟਸ ਲਾਈਕ ਵਧੀਆ ਕੰਪਨੀ ਦੇ ਨਾਲ ਸਾਡਾ ਸਾਰਾ ਕੰਮ ਹੋ ਜਾਂਦਾ। ਤੇ ਪੇਸ਼ੈਂਟ ਜਿਹੜੇ ਨੇ ਅੰਮ੍ਰਿਤਸਰ ਦੇ ਵਿੱਚ ਕੀ ਨੇ, ਉਹ ਸਾਰੇ ਵੈਰਾਈਟੀਜ਼ ਪੇਸ਼ੈਂਟ ਨੇ। ਹੁਣ ਇਹ ਤਾਂ ਹੈ ਨਹੀਂ ਕਿ 100 ਮਰੀਜ਼ਾਂ 'ਚ 100 ਨੇ ਬੀਡ ਹੀ ਲਵਾਉਣਾ, ਇਹ ਤਾਂ ਨਹੀਂ ਹੈਗਾ। ਅਲੱਗ-ਅਲੱਗ ਪੇਸ਼ੈਂਟ ਨੇ ਜਿਨ੍ਹਾਂ ਦੇ ਨਾਲ ਅਸੀਂ ਸਾਰੇ ਪੇਸ਼ੈਂਟ ਨੂੰ ਕਵਰ ਅਪ ਕਰ ਲੈਂਦੇ ਹਾਂ। ਦੱਸਾਂ ਜਿਹੜਾ ਮਾਡਰਨ ਅੱਜ ਕੱਲ੍ਹ ਇਹਦਾ ਹੈਗਾ ਜਿਹਦੇ 'ਚ ਜੰਕ ਫੂਡਸ ਦਾ ਰੁਝਾਨ ਬਹੁਤ ਜ਼ਿਆਦਾ ਵੱਧ ਚੁੱਕਿਆ, ਔਰ ਉਹਦੇ ਨਾਲ ਜਿਹੜੇ ਕੋਲਡ ਡਰਿੰਕਸ ਹੈਗੇ ਆ ਲੋਕ ਉਹ ਜ਼ਿਆਦਾ ਪੀ ਰਹੇ ਨੇ, ਕੀ ਕਹਿਣਾ ਚਾਹੋਗੇ ਕਿ ਅੱਜ ਉਹਨਾਂ ਦੇ ਨਾਲ ਦੰਦਾਂ ਦੇ ਉੱਤੇ ਇੰਪੈਕਟ ਜਿਹੜਾ ਹੈਗਾ ਉਹਨਾਂ ਦਾ ਬਹੁਤ ਜ਼ਿਆਦਾ ਪੈੜਾ ਹੈਗਾ, ਲੇਕਿਨ ਅਸੀਂ ਉਹਨਾਂ ਨੂੰ ਅਵੋਇਡ ਵੀ ਨਹੀਂ ਕਰ ਸਕਦੇ, ਕੀ ਕਹਿਣਾ ਚਾਹੋਗੇ ਐਜ਼ ਅ ਡੈਂਟਿਸਟ? ਹਾਂ ਬਿਲਕੁਲ ਸਹੀ ਕਹਿ ਰਹੇ ਹੋ, ਇਫੈਕਟ ਤਾਂ ਬਹੁਤ ਭੈੜਾ ਹੈ, ਬਟ ਉਹਦੇ ਲਈ ਸਾਨੂੰ ਬ੍ਰਸ਼ਿੰਗ ਪ੍ਰੋਪਰ ਕਰਨੀ ਚਾਹੀਦੀ ਹੈ। ਮੈਨੂੰ ਹੁਣ 4-5 ਸਾਲ ਹੋ ਗਏ ਨੇ ਆਪਣੇ ਪ੍ਰੋਫੈਸ਼ਨ 'ਚ, ਤੇ ਮੈਂ ਹਾਰਡਲੀ ਯੂ ਕੈਨ ਸੇ 2-3 ਹੀ ਪੇਸ਼ੈਂਟ ਹੋਣਗੇ ਜਿਨ੍ਹਾਂ ਨੂੰ ਪ੍ਰੋਪਰ ਟੈਕਨੀਕਸ ਸਮਝ ਹੁੰਦੀ ਕਿ ਆਪਾਂ ਬ੍ਰਸ਼ ਕਿੱਦਾਂ ਕਰਨਾ। ਨਹੀਂ ਤਾਂ ਜੇ ਮੈਂ ਪੂਰੇ ਦਿਨ 'ਚ 15 ਪੇਸ਼ੈਂਟ ਵੀ ਕਰਦੀ ਹਾਂ ਤੇ 15 ਪੇਸ਼ੈਂਟ ਨੂੰ ਮੈਨੂੰ ਬ੍ਰਸ਼ਿੰਗ ਟੈਕਨੀਕ ਸਮਝਾਉਣੀ ਪੈਂਦੀ ਹੈ। ਇਹ ਨਹੀਂ ਮੈਂ ਕਹਿੰਦੀ ਕੋਲਡ ਡਰਿੰਕਸ ਨਾ ਪੀਓ, ਇਹ ਤਾਂ ਕਹਿ ਲਓ ਕਿ ਮੈਂ ਝੂਠ ਹੀ ਬੋਲਾਂਗੀ ਜੇ ਮੈਂ ਕਿਸੇ ਮਰੀਜ਼ ਨੂੰ ਕਹਿੰਦੀ ਆਈਸਕ੍ਰੀਮਸ ਨਹੀਂ ਖਾਣੀਆਂ, ਕੋਲਡ ਡਰਿੰਕਸ ਨਹੀਂ ਪੀਣੀਆਂ। ਇਟਸ ਲਾਈਕ ਕਿ ਅਸੀਂ ਉਹਨਾਂ ਨੂੰ ਕਿਵੇਂ ਪ੍ਰੋਟੈਕਟ ਕਰਨਾ। ਇੱਕ ਮੈਂ ਇਹ ਕਹਾਂਗੀ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਕੁਝ ਸ਼ੂਗਰੀ ਡਾਈਟ ਨਹੀਂ ਹੋਣੀ ਚਾਹੀਦੀ, ਮਤਲਬ ਮਿੱਠਾ ਵਾਲਾ ਦੁੱਧ ਨਾ ਪੀਓ, ਆਈਸਕ੍ਰੀਮ ਨਾ ਖਾਓ। ਜੇ ਖਾਂਦੇ ਵੀ ਹੋ, ਜੇ ਬਿਲਕੁਲ ਤੁਸੀਂ ਰਹਿ ਹੀ ਨਹੀਂ ਸਕਦੇ ਦੁੱਧ ਤੋਂ ਬਿਨਾਂ, ਤਾਂ ਤੁਹਾਨੂੰ ਬ੍ਰਸ਼ ਕਰਕੇ ਜਾਂ ਮਾਊਥ ਰਿੰਸ ਕਰਕੇ ਹੀ ਸੌਣਾ ਚਾਹੀਦਾ, ਕਿਉਂਕਿ ਸਾਰੀ ਰਾਤ ਜਿਹੜਾ ਉਹ ਸਾਡਾ ਮੂੰਹ ਦਾ ਇਨਵਾਇਰਨਮੈਂਟ ਹੁੰਦਾ ਉਹ ਸਾਰਾ ਸ਼ੂਗਰੀ ਹੁੰਦਾ। ਬਸ ਅਸੀਂ ਚਾਹਾਂਗੇ ਕਿ ਸਾਡੇ ਦਰਸ਼ਕਾਂ ਨੂੰ ਥੋੜਾ ਜਿਹਾ ਤੁਸੀਂ ਬੁਰਸ਼ ਲੈ ਕੇ, ਠੀਕ ਹੈ, ਇਹ ਸਾਡੇ ਦੰਦ ਨੇ। ਮਰੀਜ਼ ਕੀ ਕਰਦੇ ਨੇ, ਕਈ ਦੀ ਆਦਤ ਹੁੰਦੀ ਦਾਤਨ ਲੈ ਕੇ ਇਦਾਂ ਕਰਦੇ ਰਹਿਣਗੇ। ਇਸ ਤਰ੍ਹਾਂ ਸਾਨੂੰ ਬਿਲਕੁਲ ਨਹੀਂ ਕਰਨਾ ਚਾਹੀਦਾ, ਕਿਉਂਕਿ ਇਹ ਪੱਥਰ ਨਹੀਂ ਹੈਗੇ, ਸਾਡੇ ਇੱਕ ਦੰਦ ਦੇ ਵਿੱਚ ਖੂਨ ਤੈਰਦਾ। ਠੀਕ ਹੈ, ਅਸੀਂ ਕੀ ਕਰਦੇ ਆ, ਸਾਡੀਆਂ 3 ਲੇਅਰਸ ਹੁੰਦੀਆਂ ਨੇ, ਅਸੀਂ ਜਦੋਂ 2 ਲੇਅਰਸ ਖਤਮ ਕਰ ਦਿੰਦੇ ਆ ਫਿਰ ਸਾਨੂੰ ਠੰਡਾ ਵੀ ਲੱਗਣਾ ਸ਼ੁਰੂ ਹੋ ਜਾਂਦਾ ਹੈ, ਗਰਮ ਵੀ ਲੱਗਣਾ ਸ਼ੁਰੂ ਹੋ ਜਾਂਦਾ ਹੈ। ਉਹਦੇ ਨਾਲ ਫਿਰ ਸਾਡੀ ਆਰਸੀਟੀ ਹੁੰਦੀ ਹੈ, ਫਿਰ ਕੈਪ ਵਾਲੇ ਪਾਸੇ ਆਉਂਦੇ ਆ। ਠੀਕ ਹੈ, ਹੁਣ ਸਾਨੂੰ ਦੰਦਾਂ ਦਾ ਬ੍ਰਸ਼ ਕਿਵੇਂ ਕਰਨਾ ਚਾਹੀਦਾ? ਪਹਿਲੀ ਗੱਲ ਤਾਂ ਸੌਫਟ ਬ੍ਰਸ਼ ਲੈਣਾ ਚਾਹੀਦਾ, ਉਹ ਵੀ ਤੁਸੀਂ ਡਾਕਟਰ ਨੂੰ ਪੁੱਛ ਕੇ ਲਓਗੇ। ਆਪਣੇ ਡੈਂਟਿਸਟ ਨੂੰ ਪੁੱਛੋ ਕਿ ਸਾਡੇ ਦੰਦਾਂ ਲਈ ਕਿਹੜਾ ਬ੍ਰਸ਼ ਸਹੀ ਹੈ, ਸੌਫਟ, ਅਲਟਰਾ ਸੌਫਟ, ਹਾਰਡ, ਵੈਰੀ ਹਾਰਡ, ਇਹ ਡਿਪੈਂਡ ਤੁਹਾਨੂੰ ਡੈਂਟਿਸਟ ਕਰੇਗਾ। ਫਿਰ ਤੁਸੀਂ ਬ੍ਰਸ਼ ਜਿਹੜਾ ਤੁਸੀਂ ਇੱਥੋਂ ਸ਼ੁਰੂ ਕਰੋਗੇ, ਉੱਪਰਲੇ ਦੰਦ ਜਿਹੜੇ ਨੇ ਨੀਚੇ ਨੂੰ ਸਾਫ਼ ਹੋਣਗੇ, ਇਸ ਤਰ੍ਹਾਂ ਬਿਲਕੁਲ ਜ਼ੋਰ ਨਹੀਂ ਲੱਗੇਗਾ, ਨੀਚੇ ਨੂੰ ਸਾਫ਼ ਹੋਣਗੇ ਪ੍ਰੋਪਰ ਚੰਗੀ ਤਰ੍ਹਾਂ। ਆਹ ਦੇਖੋ, ਸ਼ੀਸ਼ੇ ਦੇ ਅੱਗੇ ਖੜੇ ਹੋ ਕੇ ਤੁਸੀਂ ਬ੍ਰਸ਼ ਕਰਨਾ। ਠੀਕ ਹੈ, ਫਿਰ ਲੋਕੀ ਕੀ ਕਰਦੇ ਨੇ, ਅੰਦਰਲੇ ਦੰਦ ਨਹੀਂ ਸਾਫ਼ ਕਰਦੇ ਜਿਹੜੇ ਕਿ ਇਸ ਡਾਇਰੈਕਸ਼ਨ 'ਚ ਸਾਫ਼ ਹੁੰਦੇ ਨੇ। ਫਿਰ ਨੀਚੇ ਵਾਲੇ ਦੰਦ ਜਿਹੜੇ ਨੇ ਉੱਪਰ ਨੂੰ ਸਾਫ਼ ਹੋਣਗੇ, ਇਸ ਤਰ੍ਹਾਂ
ਸਾਡਾ ਸਾਫ਼ ਕਰਨ ਦਾ ਮਤਲਬ ਕੀ ਹੈ, ਦੋ ਦੰਦਾਂ ਦੇ ਵਿਚਕਾਰ ਜਿਹੜਾ ਗੈਪ ਅਸੀਂ ਉਹਨੂੰ ਸਾਫ਼ ਕਰਨਾ। ਅਸੀਂ ਕੀ ਕਰਦੇ, ਅਸੀਂ ਦੰਦਾਂ ਦੀ ਪੱਤਰ ਨੂੰ ਇਦਾਂ ਘਸਾ ਦਿੰਦੇ ਆ, ਇਦਾਂ ਘਸਾਉਂਦੇ ਰਹਿੰਦੇ ਆ, ਜਿਹਦੇ ਕਾਰਨ ਤੁਸੀਂ ਆ ਦੇਖੋ ਨਿਸ਼ਾਨ ਬਣਿਆ ਹੋਏਗਾ। ਇਹਦੇ 'ਚ ਕੀ ਹੁੰਦਾ, ਫਿਰ ਸਾਨੂੰ ਠੰਡਾ ਗਰਮ ਲੱਗਣਾ ਸ਼ੁਰੂ ਹੋ ਜਾਂਦਾ। ਇਸ ਲਈ ਥੱਲੜੇ ਦੰਦ ਉੱਪਰ ਨੂੰ ਸਾਫ਼ ਕਰਨੇ ਨੇ ਚੰਗੀ ਤਰ੍ਹਾਂ, ਇਸ ਤਰ੍ਹਾਂ। ਆਈਡੀਅਲੀ ਤੁਹਾਨੂੰ ਮੈਂ ਦੱਸ ਰਹੀ ਹਾਂ ਕਿ ਉੱਪਰਲੇ ਦੰਦ ਥੱਲੇ ਨੂੰ ਸਾਫ਼ ਕਰਨੇ ਨੇ, ਥੱਲੜੇ ਦੰਦ ਉੱਪਰ ਨੂੰ ਸਾਫ਼ ਕਰਨੇ ਨੇ। ਤੇ ਜਿਹੜੀ ਪੇਸਟ ਮੈਂ ਹੋਰ ਕਹਿਣਾ ਚਾਹਾਂਗੀ, ਅੱਜ ਕੱਲ੍ਹ ਲੋਕੀ ਕੀ ਕਰਦੇ ਨੇ, ਆਪਣੀ ਮਰਜ਼ੀ ਨਾਲ ਪੇਸਟਾਂ ਕਰਦੇ ਨੇ। ਆਯੁਰਵੈਦਿਕ ਹੋ ਗਈਆਂ, ਦੰਤ ਕਾਂਤੀਆਂ ਹੋ ਗਈਆਂ, ਡਾਬਰ ਰੈਡ ਪੇਸਟ ਵੀ ਯੂਜ਼ ਕਰਦੇ ਨੇ, ਐਮਏ ਪ੍ਰੋਡਕਟਸ ਯੂਜ਼ ਕਰਦੇ ਨੇ। ਇਹੋ ਜਿਹੇ ਤੁਹਾਨੂੰ ਐਕਸਪੈਰੀਮੈਂਟ ਨਹੀਂ ਕਰਨੇ ਚਾਹੀਦੇ। ਜੇ ਤੁਸੀਂ ਸੈਂਸੋਡਾਈਨ ਵੀ ਯੂਜ਼ ਕਰਦੇ ਹੋ, ਤੁਹਾਨੂੰ ਉੱਤੇ ਪੜ੍ਹਨਾ ਚਾਹੀਦਾ ਕਿ ਸੈਂਸੋਡਾਈਨ ਫॉर द ਨੋਰਮਲ ਟੀਥ, ਫॉर द ਸੈਂਸਿਟਿਵ ਟੀਥ। ਇਹ ਚੀਜ਼ਾਂ ਤੁਹਾਨੂੰ ਆਪ ਨੂੰ ਧਿਆਨ ਰੱਖਣਾ ਚਾਹੀਦਾ। ਇਹ ਨਹੀਂ ਕਿ ਅੱਜ ਮੈਂ ਟੀਵੀ 'ਚ ਦੇਖਿਆ ਤਾਂ ਮੈਂ ਇਹੀ ਪੇਸਟ ਲੈ ਆਵਾਂ। ਇਹੋ ਜਿਹੇ ਕੰਮ ਤੁਹਾਨੂੰ ਨਹੀਂ ਕਰਨੇ ਚਾਹੀਦੇ। ਇੱਕ ਹੋਰ ਮੈਂ ਤੁਹਾਨੂੰ ਗੱਲ ਕਹਿਣਾ ਚਾਹੁੰਦੀ ਹਾਂ ਆਪਣੇ ਵੱਲੋਂ, ਸਾਡੇ ਕੋਲ ਹੁਣ ਅਸੀਂ ਜੇ ਦਿਨ 'ਚ 10 ਮਰੀਜ਼ ਕਰਦੇ ਹਾਂ, 10 ਨੂੰ ਸਾਡੇ 2 ਮਰੀਜ਼ ਇਹੋ ਜਿਹੇ ਹੁੰਦੇ ਨੇ ਤੇ ਕਹਿ ਲਓ ਕਿ ਇੰਨੀ ਲੋਕਾਂ ਦੇ ਵਿੱਚ ਅਨਪੜ੍ਹਤਾ ਵੀ ਕਹਿ ਸਕਦੇ ਹੋ, ਜਾਂ ਉਹਨਾਂ ਨੂੰ ਇੰਨੀ ਸਮਝ ਨਹੀਂ ਹੁੰਦੀ। ਇੱਥੇ ਅੰਮ੍ਰਿਤਸਰ ਦੇ ਵਿੱਚ ਈਵਨ ਕਿ ਜਿਹੜੇ ਮਰਜ਼ੀ ਸਿਟੀ ਦੀ ਤੁਸੀਂ ਗੱਲ ਕਰੋ, ਜਲੰਧਰ, ਲੁਧਿਆਣਾ, ਚੰਡੀਗੜ੍ਹ, ਅੰਮ੍ਰਿਤਸਰ, ਇੱਕ ਡੈਂਟਲ ਕਲੀਨਿਕਸ ਹੁੰਦੇ ਨੇ, ਇੱਕ ਡੈਂਟਲ ਲੈਬਸ ਹੁੰਦੀਆਂ ਨੇ। ਠੀਕ ਹੈ, ਲੈਬ ਹੁੰਦੀ ਹੈ ਜਿੱਥੋਂ ਅਸੀਂ ਡੈਂਟਿਸਟ ਜਿਹੜੇ ਨੇ ਆਪਾਂ ਕੰਮ ਕਰਾਉਂਦੇ ਆ। ਲੋਕੀ ਕੀ ਕਰਦੇ ਨੇ, ਡੈਂਟਲ ਲੈਬਸ ਦੇ ਵਿੱਚੋਂ ਆਪਣਾ ਕੰਮ ਕਰਾਉਂਦੇ ਨੇ, ਜੋ ਕਿ ਕਾਨੂੰਨੀ ਤਾਰਾਂ ਦੇ ਨਾਲ ਇਹ ਬੈਨ ਹੈਗੀ ਚੀਜ਼। ਜੇ ਅਸੀਂ ਕਿਸੇ ਵੀ ਲੈਬ ਨੂੰ ਫੜ ਲਈਏ ਕਿ ਉੱਥੇ ਮਰੀਜ਼ ਕੰਮ ਕਰਾ ਰਿਹਾ, ਉੱਥੇ ਕੇਸ ਹੋ ਸਕਦਾ। ਇਸ ਲਈ ਤੁਸੀਂ ਡੈਂਟਲ ਲੈਬਸ ਹੋ ਗਿਆ, ਸੜਕਾਂ ਤੇ ਹੋ ਗਿਆ, ਇਹੋ ਜਿਹੇ ਐਕਸਪੈਰੀਮੈਂਟ ਆਪਣੇ ਦੰਦਾਂ ਨਾਲ ਨਾ ਕੀਤੇ ਜਾਣ, ਜਿਹਦੇ ਕਾਰਨ ਫਿਰ ਤੁਸੀਂ ਕਹਿੰਦੇ ਹੋ ਸਾਨੂੰ ਕੈਂਸਰ ਕਿੱਦਾਂ ਹੋ ਗਿਆ। ਜਿਹੜਾ ਉਹ ਸੜਕਾਂ ਤੇ ਜਾਂ ਜਿਹੜੇ ਲੈਬ ਦੇ ਵਿੱਚ ਮਸਾਲਾ ਭਰਦੇ ਨੇ, ਉਹ ਪਲਾਸਟਿਕ ਭਰਦੇ ਨੇ। ਠੀਕ ਹੈ, ਤੁਹਾਨੂੰ ਤੇ ਲੱਗਦਾ ਮੇਰਾ ਦੰਦ ਭਰ ਦਿੱਤਾ, ਬਟ ਉਹ ਪਲਾਸਟਿਕ ਕੀ ਕਰਦਾ, ਵਿਦ ਟਾਈਮ ਉੱਥੇ ਕੈਂਸਰ ਬਣਨ ਦਾ ਡਰ ਹੁੰਦਾ। ਤੇ ਸਾਡੇ ਕੋਲ ਬੜੇ ਮਰੀਜ਼ ਇਹੋ ਜਿਹੇ ਵੀ ਆਏ ਨੇ ਜਿਨ੍ਹਾਂ ਦੇ ਮੂੰਹ 'ਚ ਪਲੇਟਾਂ ਲੱਗੀਆਂ ਹੁੰਦੀਆਂ, ਸੜਕਾਂ ਤੋਂ ਲਵਾਈਆਂ ਹੁੰਦੀਆਂ, ਕੀੜੇ ਤੁਰਦੇ ਹੁੰਦੇ ਨੇ। ਇੰਨੇ ਵਰਸਟ ਕੇਸ ਵੀ ਮੈਂ ਦੇਖੇ ਨੇ ਕਿ ਉਹਦਾ ਦਾ ਫਿਰ ਇਲਾਜ ਹੋਣਾ ਮੁਸ਼ਕਿਲ ਹੋ ਜਾਂਦਾ। ਇਸ ਲਈ ਤੁਹਾਨੂੰ ਮਾੜਾ ਜਿਹਾ ਵੀ ਲੱਗਦਾ ਕਿ ਮੈਨੂੰ ਲੋੜ ਹੈਗੀ, ਤੁਸੀਂ ਡੈਂਟਿਸਟ ਕੋਲ ਤੁਹਾਨੂੰ 6 ਮਹੀਨੇ ਦੇ ਵਿੱਚ ਇੱਕ ਵਾਰੀ ਜਾਣਾ ਚਾਹੀਦਾ। ਸਰ, ਯੂ ਆਰ ਐਨ ਇੰਸਟੀਟਿਊਸ਼ਨ, ਤੁਹਾਡੇ ਕੋਲ ਬੜਾ ਲੰਬਾ ਡਾਟਾ, ਔਰ ਅਸੀਂ ਚਾਹਾਂਗੇ ਇਸ ਚੈਨਲ ਦੇ ਮਾਧਿਅਮ ਤੇ ਅਸੀਂ ਤੁਹਾਡੇ ਵਰਗੇ ਉਹਨਾਂ ਡਾਕਟਰ ਜਿਨ੍ਹਾਂ ਨੇ ਸਾਡੇ ਦਰਸ਼ਕਾਂ ਨੂੰ ਇੰਨਾ ਅਵੇਅਰ ਕੀਤਾ, ਕਿਉਂਕਿ ਆਮ ਤੌਰ ਤੇ ਬ੍ਰਸ਼ਿੰਗ ਜਿਹੜੀ ਹੈਗੀ ਹੈ ਬਹੁਤ ਜ਼ਿਆਦਾ ਹਰ ਇੱਕ ਬੰਦਾ ਜਿਹੜਾ ਬਿਲਕੁਲ ਤੁਹਾਡੀ ਸਹੀ ਗੱਲ ਹੈ ਕਿ 100 ਦੇ ਵਿੱਚੋਂ 10 ਬੰਦੇ ਜਿਹੜੇ ਉਹੀ ਸਹੀ ਕਰਦੇ ਨੇ। ਔਰ ਤੁਹਾਡੇ ਡੈਂਟਲ ਵਾਲੇ ਤੁਹਾਡੇ ਰਿਸ਼ਤੇਦਾਰ ਹੋ ਗਏ, ਡੈਂਟਲ ਵਾਲੇ ਜਿਹੜੇ ਹੋ ਗਏ, ਜਿਹਨਾਂ ਨੂੰ ਤੁਸੀਂ ਅਵੇਅਰ ਕਰਦੇ ਹੋ। ਤੇ ਤੁਹਾਡਾ ਸਾਨੂੰ ਸਮਾਂ ਦੇਣ ਦੇ ਲਈ ਪੰਜਾਬ ਪਲੱਸ ਨੂੰ ਬਹੁਤ ਬਹੁਤ ਧੰਨਵਾਦ। ਹਾਂਜੀ, ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ। ਹੁਣ ਅਸੀਂ ਖੜੇ ਹਾਂ ਡਾਕਟਰ ਸਾਹਿਬ ਦੇ ਨਾਲ ਡੈਂਟਲ ਲੈਬ ਦੇ ਵਿੱਚ। ਆਪਾਂ ਦੇਖ ਸਕਦੇ ਹਾਂ ਕਿ ਹਰ ਨਈ ਟੈਕਨੀਕ ਦੇ ਨਾਲ ਇਹਨਾਂ ਨੇ ਜਿਹੜਾ ਹੈਗਾ ਇੰਸਟਾਲ ਜਿਹੜਾ ਇੱਥੇ ਸਾਰਾ ਕੁਝ ਕੀਤਾ ਹੋਇਆ ਹੈ। ਡੈਂਟਲ ਚੇਅਰਸ ਲੱਗੀਆਂ ਹੋਈਆਂ ਨੇ, ਔਰ ਉਹਦੇ ਨਾਲ ਅਲਟਰਾ ਜਿਹੜਾ ਮਾਡਰਨ ਚੀਜ਼ਾਂ ਜਿਹੜੀਆਂ ਹੈਗੀਆਂ ਇਹਨਾਂ ਨੇ ਇੰਸਟਾਲ ਕੀਤੀਆਂ ਹੋਈਆਂ ਨੇ ਇੱਥੇ। ਡਾਕਟਰ ਸਾਹਿਬ ਤੁਹਾਡਾ ਧੰਨਵਾਦ ਹੈ, ਦੱਸੋ ਸਾਨੂੰ। ਹਾਂਜੀ, ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗੀ ਕਿ ਦੇਖੋ ਇਹ ਸਾਡੀਆਂ ਡੈਂਟਲ ਚੇਅਰਸ ਨੇ। ਪਹਿਲੀ ਗੱਲ, ਜਦੋਂ ਵੀ ਮਰੀਜ਼ ਸਾਡਾ ਉੱਥੋਂ ਆਉਂਦਾ, ਅਸੀਂ ਉਹਨੂੰ ਸਲੀਪਰ ਰਿਮੂਵ ਕਰਾ ਕੇ ਅੰਦਰ ਪਿਲਵਾਉਂਦੇ ਆ ਕਿ ਸਾਡਾ ਥੀਏਟਰ ਹੈ, ਇਹਦੇ 'ਚ ਕੋਈ ਵੀ ਬਾਹਰ ਦੇ ਸਲੀਪਰਸ ਅੰਦਰ ਨਾ ਆ ਸਕਣ। ਫਿਰ ਅਸੀਂ ਕੋਈ ਵੀ ਪੇਸ਼ੈਂਟ ਨੂੰ ਕੁਝ ਦੇਣਾ, ਅਸੀਂ ਹੱਥ ਨਾਲ ਨਹੀਂ ਦੇ ਸਕਦੇ ਪ੍ਰੋਪਰਲੀ। ਸਾਡੇ ਕੋਲ ਪ੍ਰੋਪਰ ਇੰਸਟਰੂਮੈਂਟ ਹੈ, ਤੁਸੀਂ ਦੇਖ ਸਕਦੇ ਹੋ, ਪ੍ਰੋਪਰ ਸਟਰਲਾਈਜ਼ ਕੀਤੇ ਹੋਏ ਨੇ। ਰੋਜ਼ ਇਹਦੇ 'ਚ ਇੰਸਟਰੂਮੈਂਟ ਸਟਰਲਾਈਜ਼ ਹੁੰਦੇ ਨੇ, ਇਹਦੇ 'ਚੋਂ ਹੀ ਅਸੀਂ ਯੂਜ਼ ਕਰਦੇ ਹਾਂ। ਫਿਰ ਸਾਡੇ ਕੋਲ ਇੱਕ ਲੇਟੈਸਟ ਹੈ, ਅਸੀਂ ਉਹਨੂੰ ਕਹਿੰਦੇ ਹਾਂ ਸਕੈਨ, RBG ਅਸੀਂ ਉਹਨੂੰ ਕਹਿੰਦੇ ਹਾਂ। ਐਕਸਰੇ ਵੀ ਜਿਹੜੇ ਨੇ ਸਾਡੇ ਕੋਲ ਸੈਂਸਰ ਹੈ, ਐਸ ਸੱਚ ਸਾਡੇ ਕੰਪਿਊਟਰ 'ਚ ਪੇਸ਼ੈਂਟ ਦਾ ਡਾਟਾ ਸੇਵ ਰਹਿੰਦਾ, ਜਿੰਨੀ ਦੇਰ ਚਾਹੋ, ਲਾਈਫ ਟਾਈਮ ਵੀ ਚਾਹੋ। ਸਾਡੇ ਕੋਲ ਪੇਸ਼ੈਂਟ ਦੀ ਪੂਰੀ ਹਿਸਟਰੀ ਸੇਵ। ਜੇ ਸਾਡੇ ਕੋਲ ਪੇਸ਼ੈਂਟ ਸਾਲ ਬਾਅਦ ਆਉਂਦਾ, ਅਸੀਂ ਬਸ ਉਹ ਪੇਸ਼ੈਂਟ ਦਾ ਨਾਮ ਤੇ OPD ਨੰਬਰ ਪੁੱਛਦੇ ਹਾਂ, ਤੇ ਸਾਡੇ ਕੋਲ ਸਾਰਾ ਡਾਟਾ ਸਾਡੇ ਕੰਪਿਊਟਰ 'ਚ ਆ ਜਾਂਦਾ। ਫਿਰ ਸਾਡੇ ਕੋਲ ਚੇਅਰਸ ਨੇ, ਮੇਰੀ ਪੂਰੀ ਟੀਮ ਹੈ, ਸਾਰਾ ਕੁਝ ਹੈ, ਅਸੀਂ ਸਾਰਾ ਕੁਝ ਪੇਸ਼ੈਂਟ ਨੂੰ ਪ੍ਰੋਪਰ ਪ੍ਰੋਵਾਈਡ ਕਰਦੇ ਹਾਂ। ਫਿਰ ਸਾਡਾ ਐਕਸਰੇ ਯੂਨਿਟ ਹੈ ਪ੍ਰੋਪਰ, ਇਹ 'ਚ ਪ੍ਰੋਪਰ ਐਕਸਰੇ ਹੋ ਜਾਂਦੇ ਆ। ਈਵਨ ਕਿ ਸਾਨੂੰ ਬਾਹਰ ਭੇਜਣ ਦੀ ਲੋੜ ਨਹੀਂ ਪੈਂਦੀ ਪੇਸ਼ੈਂਟ ਨੂੰ ਕਿ ਚਲੋ ਅਸੀਂ ਇੱਥੇ ਹੀ ਕਰ ਲੈਂਦੇ ਹਾਂ ਐਕਸਰੇ। ਐਕਸਰੇ ਤੋਂ ਬਿਨਾਂ ਤਾਂ ਡੈਂਟਿਸਟਰੀ ਕੁਝ ਵੀ ਨਹੀਂ ਹੈ। ਵਿਦਾਊਟ ਐਕਸਰੇ ਅਸੀਂ ਨਹੀਂ ਕਰ ਸਕਦੇ ਡੈਂਟਲ ਦਾ ਕੋਈ ਵੀ ਪ੍ਰੋਸੀਜਰ। ਚੈਂਬਰ ਹੈ, ਜਿਸ ਤਰ੍ਹਾਂ ਕਰੋਨਾ ਦਾ ਜਿਹੜਾ ਦੌਰ ਹੈ, ਸਾਰਾ UV ਸਾਰੇ ਇੰਸਟਰੂਮੈਂਟਸ ਨੇ, ਆ ਪ੍ਰੋਪਰ ਇੰਸਟਰੂਮੈਂਟਸ ਇਹਦੇ 'ਚ ਅਸੀਂ ਡਿਸਪਲੇ 'ਚ ਰੱਖੇ ਹੋਏ ਨੇ। ਫਿਰ ਸਾਡਾ ਇੱਕ ਜੋ ਕੀ ਹੈ ਬਾਇਓਮੈਡੀਕਲ ਵੇਸਟ ਹੈ, ਜਿਹੜਾ ਵੀ ਸਾਡਾ ਹੁਣ ਪੇਸ਼ੈਂਟ ਦਾ ਬਲੱਡ ਵਗੈਰਾ, ਬਲੱਡ ਵਾਲਾ ਕਾਟਨ ਆ। ਸਾਡੇ ਕੋਲ ਪੇਸ਼ੈਂਟ ਏਡਸ ਵਾਲੇ ਵੀ ਆਉਂਦੇ ਨੇ, HIV ਪੋਜ਼ਿਟਿਵ ਹੋ ਗਿਆ, ਹੈਪੇਟਾਈਟਿਸ ਵਾਲੇ ਹੋ ਗਏ, ਸਾਡੇ ਕੋਲ ਪ੍ਰੋਪਰ ਸਬ ਟੈਕਨੀਕਸ ਨੇ। ਇਹ ਸਾਰਾ ਬਾਇਓਮੈਡੀਕਲ ਪੰਜਾਬ ਸਰਕਾਰ ਦੇ ਅਕੋਰਡਿੰਗ, ਪੋਲਿਊਸ਼ਨ ਬੋਰਡ ਦੇ ਅਕੋਰਡਿੰਗ ਅਸੀਂ ਪੂਰਾ ਬਾਇਓਮੈਡੀਕਲ ਵੇਸਟ ਰੱਖਿਆ ਹੋਇਆ। ਆ ਦੇਖੋ, ਪ੍ਰੋਪਰ ਯੈਲੋ 'ਚ ਤੁਸੀਂ ਬਲੱਡ ਵਾਲਾ ਸੁੱਟਣਾ, ਰੈਡ 'ਚ ਤੁਸੀਂ ਗਲਵਜ਼ ਆਪਣੇ ਯੂਜ਼ ਕਰਨੇ,
नहीं तो किसी क्लीनिक कई मैं प्रैक्टिस से देखा कि लोग की करते हैं सारा अपना एक च बल्क पा के ईवन कि सरिंजिस पा के शाम को जाके म्यूनसिपल कॉरपोरेशन वाले कूड़े सुट देंगे ने जो कि आइडियली वो चीज़ा नहीं ठीक है हॉस्पिटल के अकॉर्डिंग। डेंटिस्ट्री भी असी एज कंपेरेबल टू MBBS ही असी करते हैं कंपीटिशन।